ਇੱਕ ਬੱਚਾ ਜੋ ਪਹਿਲਾ ਸ਼ਬਦ ਸਿੱਖਦਾ ਹੈ ਉਹ ਹੈ ਮਾਂ। ਕੀ ਕੋਈ ਅਜਿਹਾ ਸ਼ਬਦ ਹੈ ਜੋ ਮਾਂ ਤੋਂ ਵੱਧ ਸੁੰਦਰ, ਨਿੱਘਾ ਅਤੇ ਸ਼ੁਕਰਗੁਜ਼ਾਰ ਹੈ? ਜਦੋਂ ਵੀ ਮੇਰੇ ਕੋਲ ਕੋਈ ਔਖਾ ਸਮਾਂ ਆਉਂਦਾ ਹੈ ਤਾਂ ਜੋ ਵਿਅਕਤੀ ਸਭ ਤੋਂ ਪਹਿਲਾਂ ਮੇਰੇ ਮਨ ਵਿੱਚ ਆਉਂਦੀ ਹੈ ਉਹ ਮੇਰੀ ਮਾਂ ਹੈ, ਜੋ ਹਮੇਸ਼ਾ ਮੇਰੇ ਨਾਲ ਰਹਿੰਦੀ ਹੈ ਅਤੇ ਮੈਨੂੰ ਹੌਸਲਾ ਦਿੰਦੀ ਹੈ। ਭਾਵੇਂ ਉਹ ਤੇਜ਼ ਹਵਾ ਵਿੱਚ ਆਪਣੀ ਭੁੱਖ ਮਿਟਾਉਂਦੀ ਹੈ, ਪਰ ਉਹ ਹਮੇਸ਼ਾ ਆਪਣੇ ਬੱਚਿਆਂ ਨੂੰ ਸਵਾਦੀ ਭੋਜਨ ਖਵਾਉਂਦੀ ਹੈ। ਭਾਵੇਂ ਉਹ ਸੋਟੀ ਵਾਂਗ ਪਤਲੀ ਹੋ ਜਾਂਦੀ ਹੈ, ਪਰ ਉਹਨਾਂ ਨੂੰ ਸਿਰਫ ਆਪਣੀਆਂ ਸੰਤਾਨਾਂ ਦੀ ਚਿੰਤਾ ਰਹਿੰਦੀ ਹੈ। ਉਹਨਾਂ ਦੇ ਪਿਆਰ ਦਾ ਵਰਣਨ ਕਰਨ ਲਈ ਕੋਈ ਸ਼ਬਦ ਨਹੀਂ ਹਨ। ਮਾਂ, ਤੁਸੀਂ ਪਿਆਰ ਹੋ। ਜੇਕਰ ਇਹ ਉਹਨਾਂ ਦੀਆਂ ਸੰਤਾਨਾਂ ਲਈ ਹੈ ਤਾਂ ਮਾਵਾਂ ਸਭ ਕੁਝ ਕਰ ਸਕਦੀਆਂ ਹਨ, ਇੱਥੋਂ ਤੱਕ ਕਿ ਆਪਣੇ ਜੀਵਨ ਦਾ ਬਲੀਦਾਨ ਵੀ ਕਰ ਸਕਦੀਆਂ ਹਨ। ਇੱਕ ਮਾਤਾ ਆਕਟੋਪਸ ਕਦੇ ਵੀ ਆਪਣੇ ਅੰਡੇ ਨਿਕਲਣ ਅਤੇ ਸੰਸਾਰ ਵਿੱਚ ਜਾਣ ਤੋਂ ਪਹਿਲਾਂ ਕਦੇ ਵੀ ਗੁਫਾ ਨਹੀਂ ਛੱਡਦੀ। ਅਜਿਹਾ ਇਸ ਲਈ ਹੈ ਕਿਉਂਕਿ ਉਸ ਨੂੰ 1 ਲੱਖ ਅੰਡੇ ਨੂੰ, ਜੋ ਸੰਘਣੇ ਚਿੰਬੜੇ ਹੋਏ ਹੁੰਦੇ ਹਨ, ਸੜਨ ਤੋਂ ਰੋਕਣ ਲਈ ਅੰਡਿਆਂ ਵਿਚਕਾਰ ਹਵਾ ਉਡਾਉਣੀ ਪੈਂਦੀ ਹੈ। ਜਦੋਂ ਅੰਡੇ ਨਿਕਲਦੇ ਹਨ ਤਾਂ ਮਾਤਾ ਆਕਟੋਪਸ ਆਪਣੇ ਨਵੇਂ ਜੰਮੇ ਬੱਚਿਆਂ ਨੂੰ ਆਪਣੀ ਪੂਰੀ ਤਾਕਤ ਨਾਲ ਪਾਣੀ ਦੀ ਸਤ੍ਹਾ ਤੇ ਤੱਕਦੀ ਹੈ ਅਤੇ ਫਿਰ ਉਹ ਮਰ ਜਾਂਦੀ ਹੈ। ਇੱਕ ਮਾਤਾ ਐਂਪਰਰ ਪੈਂਗੁਇਨ, ਜਿਸਨੇ ਬਹੁਤ ਮਿਹਨਤ ਨਾਲ ਇੱਕ ਅੰਡਾ ਦਿੱਤਾ, ਅੰਡੇ ਦੇਣ ਲਈ ਬਹੁਤ ਥੱਕ ਗਈ ਹੈ, ਪਰ ਉਸ ਕੋਲ ਆਰਾਮ ਕਰਨ ਦਾ ਸਮਾਂ ਨਹੀਂ ਹੈ। ਉਸ ਨੂੰ -76 ਮਾਈਕਰੋ ਦੀ ਅਤਿਅੰਤ ਠੰਡ ਦਾ ਸਾਹਮਣਾ ਕਰਦੇ ਹੋਏ ਸਮੁੰਦਰ ਵੱਲ ਤੁਰਨਾ ਪੈਂਦਾ ਹੈ ਤਾਂ ਜੋ ਉਹ ਆਪਣੇ ਬੱਚਿਆਂ ਨੂੰ ਖਿਲਾਉਣ ਲਈ ਮੱਛੀਆਂ ਫੜ ਸਕੇ। ਸਟ੍ਰਾਬੇਰੀ ਜ਼ਹਿਰ ਤੀਰ ਡੱਡੂ ਇੱਕ ਨਹੁੰ ਜਿੰਨਾ ਛੋਟਾ ਹੁੰਦਾ ਹੈ। ਜਦੋਂ ਉਸਦੇ ਅੰਡੇ ਨਿਕਲਦੇ ਹਨ ਅਤੇ ਡੱਡੂ ਬਣ ਜਾਂਦੇ ਹਨ ਤਾਂ ਮਾਂ ਡੱਡੂ ਇੱਕ ਕਰਕੇ ਆਪਣੇ ਬੱਚੇ ਨੂੰ ਆਪਣੀ ਪਿੱਠ ਤੇ ਬਿਠਾਉਂਦੀ ਹੈ ਅਤੇ ਸਫ਼ਰ ਤੇ ਚਲੀ ਜਾਂਦੀ ਹੈ। ਉਹ ਆਪਣੇ ਬੱਚਿਆਂ ਨੂੰ ਪਾਲਣ ਲਈ ਇੱਕ ਮਾਈਕਰੋ ਝਰਨੇ ਵੱਲ ਜਾਂਦੀ ਹੈ ਜੋ ਇੱਕ ਰੁੱਖ ਤੇ ਉਚਾਈ ਤੇ ਸਥਿਤ ਹੁੰਦਾ ਹੈ। ਇੱਕ ਐਮਪਾਇਰ ਸਟੇਟ ਬਿਲਡਿੰਗ ਤੇ ਇੱਕ ਬੱਚੇ ਨੂੰ ਪਿੱਠ ਤੇ ਲੱਦ ਕੇ ਚੜ੍ਹਨ ਜਿੰਨਾ ਔਖਾ ਹੈ। ਹਾਲਾਂਕਿ ਮਾਂ ਡੱਡੂ ਹਰੇਕ ਬੱਚੇ ਨੂੰ ਦਰਖਤ ਤੇ ਲੈ ਜਾਂਦੀ ਹੈ ਜੋ ਉਹਨਾਂ ਲਈ ਸੁਰੱਖਿਅਤ ਹੁੰਦਾ ਹੈ। ਇਸ ਛੋਟੇ ਜਿਹੇ ਜਿਉਂਦੇ ਪ੍ਰਾਣੀ ਵਿੱਚ ਵੀ ਮਹਾਨ ਮਾਤਾ ਦਾ ਪਿਆਰ ਹੈ। ਮਾਵਾਂ ਦਾ ਪਿਆਰ ਸੱਚਮੁੱਚ ਰਹੱਸਮਈ ਹੈ। ਮਾਤਾ ਦੇ ਪਿਆਰ ਦਾ ਸਰੋਤ ਕੀ ਹੈ ਜੋ ਮਾਵਾਂ ਨੂੰ ਕਿਸੇ ਵੀ ਦਰਦ ਨੂੰ ਨਜ਼ਰਅੰਦਾਜ਼ ਕਰਨ ਵਿੱਚ ਯੋਗ ਬਣਾਉਂਦਾ ਹੈ ਜੇਕਰ ਇਹ ਉਹਨਾਂ ਦੇ ਬੱਚਿਆਂ ਲਈ ਹੈ? ਖੋਜ ਸਾਨੂੰ ਦੱਸਦੀ ਹੈ ਕਿ ਮਾਵਾਂ ਦੇ ਪਿਆਰ ਵਿੱਚ ਹਾਰਮੋਨਸ, ਐਸਟ੍ਰੋਜਨ ਅਤੇ ਪ੍ਰੋਜੈਸਟਰੋਨ ਦੇ ਸੰਤੁਲਨ ਨਾਲ ਸੰਬੰਧਿਤ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਮਾਵਾਂ ਦਾ ਪਿਆਰ ਕੋਈ ਸਿੱਖੀ ਹੋਈ ਚੀਜ਼ ਨਹੀਂ ਬਲਕਿ ਕਿਸਮਤ ਹੈ। ਉਹ ਕਹਿੰਦੇ ਹਨ ਕਿ ਨਸਲਾਂ ਦੀ ਰੱਖਿਆ ਲਈ ਮਾਂ ਦਾ ਪਿਆਰ ਵਿਰਸੇ ਵਿੱਚ ਮਿਲਦਾ ਹੈ। ਆਦਮੀ ਨੇ ਆਪਣੀ ਤੀਵੀ ਦਾ ਨਾਮ ਹੱਵਾ ਰੱਖਿਆ ਕਿਉਂਕਿ ਉਹ ਸਾਰੇ ਜਿਉਂਦਿਆਂ ਦੀ ਮਾਤਾ ਹੈ। ਪਹਿਲੀ ਔਰਤ ਹੱਵਾ ਦੇ ਨਾਮ ਦਾ ਅਰਥ ਜੀਵਨ ਹੈ। ਆਪਣੇ ਬੱਚਿਆਂ ਨੂੰ ਜੀਵਨ ਦੇਣਾ ਮਾਂ ਦੀ ਕਿਸਮਤ ਹੈ। ਇਸੇ ਲਈ ਇੱਕ ਮਾਂ ਆਪਣੇ ਬੱਚਿਆਂ ਨੂੰ ਜੀਵਨ ਦਿੰਦੀ ਹੈ, ਭਾਵੇਂ ਉਸ ਨੂੰ ਆਪਣੀ ਜਾਨ ਦੇਣੀ ਪਵੇ। ਸੋ ਪਰਮੇਸ਼ੁਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਉਤਪਤ ਕੀਤਾ। ਪਰਮੇਸ਼ੁਰ ਦੇ ਸਰੂਪ ਉੱਤੇ ਉਹਨੂੰ ਉਤਪਤ ਕੀਤਾ। ਨਰ ਨਾਰੀ ਉਸਨੇ ਉਹਨਾਂ ਨੂੰ ਉਤਪਤ ਕੀਤਾ। ਧਰਤੀ ਤੇ ਮਾਵਾਂ ਸਵਰਗੀ ਮਾਤਾ ਦੇ ਸਰੂਪ ਵਿੱਚ ਬਣਾਈਆਂ ਗਈਆਂ ਹਨ। ਮਾਵਾਂ ਦਾ ਪਿਆਰ ਸਵਰਗੀ ਮਾਤਾ ਦੇ ਮਹਾਨ ਪਿਆਰ ਨੂੰ ਦਰਸਾਉਣ ਵਾਲਾ ਪਰਛਾਵਾਂ ਹੈ। ਜਿਵੇਂ ਪਿਤਾ ਪਰਮੇਸ਼ਵਰ ਮੌਜੂਦ ਹਨ, ਉਸੇ ਤਰ੍ਹਾਂ ਕੀ ਤੁਹਾਨੂੰ ਲੱਗਦਾ ਹੈ ਕਿ ਮਾਤਾ ਪਰਮੇਸ਼ਵਰ ਮੌਜੂਦ ਹੈ? ਜੀ, ਵਿਗਿਆਨਕ ਤੌਰ ਤੇ ਇਹ ਜ਼ਰੂਰੀ ਨਹੀਂ ਹੈ ਕਿ ਨਰ ਅਤੇ ਮਹਿਲਾ ਮੌਜੂਦ ਹੋਣ। ਫਿਰ ਵੀ ਅਸੀਂ ਨਰ ਅਤੇ ਨਾਰੀ ਦੀ ਮੌਜੂਦਗੀ ਨੂੰ ਇੱਕ ਨਿਸ਼ਚਿਤ ਕਾਰਨ ਮੰਨਦੇ ਹਾਂ, ਕਿਉਂਕਿ ਸਾਡੇ ਆਲੇ ਦੁਆਲੇ ਦੇ ਜ਼ਿਆਦਾਤਰ ਜੀਵ ਯੋਨ ਪ੍ਰਜਨਨ ਦਾ ਪਾਲਣ ਕਰਦੇ ਹਨ, ਭਾਵ ਪਿਤਾ ਅਤੇ ਮਾਤਾ ਦੀ ਜੈਨੇਟਿਕ ਸਮੱਗਰੀ ਦੇ ਸੁਮੇਲ ਨਾਲ ਇੱਕ ਨਵਾਂ ਜੀਵ ਬਣਦਾ ਹੈ ਅਤੇ ਅਗਲੀ ਪੀੜ੍ਹੀ ਲਈ ਪਾਸ ਹੋ ਜਾਂਦਾ ਹੈ।
ਪੌਦੇ, ਕੀੜੇ ਅਤੇ ਉੱਲੀ ਵੀ ਆਪਣੀਆਂ ਮਾਵਾਂ ਤੋਂ ਜੀਵਨ ਪ੍ਰਾਪਤ ਕਰਦੇ ਹਨ। ਹਾਲਾਂਕਿ ਇੱਕ ਪਿਤਾ ਅਤੇ ਮਾਤਾ ਦੁਆਰਾ ਔਲਾਦ ਨੂੰ ਜੀਵਨ ਦੇਣ ਦਾ ਤਰੀਕਾ ਅਲਿੰਗੀ ਪ੍ਰਜਨਨ ਨਾਲੋਂ ਜ਼ਿਆਦਾ ਖਤਰਨਾਕ ਹੈ। ਇਹ ਇਸ ਲਈ ਹੈ ਕਿਉਂਕਿ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਜਨਮ ਦੇਣ ਤੱਕ ਕਈ ਵੱਖ-ਵੱਖ ਪ੍ਰਕਿਰਿਆਵਾਂ ਵਿੱਚੋਂ ਲੰਘਣਾ ਪੈਂਦਾ ਹੈ ਅਤੇ ਪ੍ਰਜਨਨ ਦੇ ਲਾਭ ਲਈ ਬਣਾਏ ਗਏ ਉਹਨਾਂ ਦੇ ਰੰਗੀਨ ਖੰਭ ਅਤੇ ਗੀਤ ਅਕਸਰ ਉਹਨਾਂ ਦੇ ਜੀਵਨ ਨੂੰ ਜੋਖਮ ਵਿੱਚ ਪਾਉਂਦੇ ਹਨ। ਫਿਰ ਵੀ ਸਾਰੀਆਂ ਜਿਉਂਦੀਆਂ ਚੀਜ਼ਾਂ ਆਪਣੀਆਂ ਮਾਵਾਂ ਦੁਆਰਾ ਜੀਵਨ ਕਿਉਂ ਪ੍ਰਾਪਤ ਕਰਦੀਆਂ ਹਨ? ਤੂੰ ਜੋ ਸਾਰੀਆਂ ਵਸਤਾਂ ਰਚੀਆਂ ਅਤੇ ਉਹ ਤੇਰੀ ਹੀ ਇੱਛਾ ਨਾਲ ਸੀ ਅਤੇ ਰਚੀਆਂ ਗਈਆਂ। ਮਾਂ ਤੋਂ ਜੀਵਨ ਪ੍ਰਾਪਤ ਕਰਨਾ ਪਰਮੇਸ਼ਵਰ ਦੀ ਇੱਛਾ ਹੈ। ਫਿਰ ਪਰਮੇਸ਼ਵਰ ਨੇ ਸਾਰੇ ਪ੍ਰਾਣੀਆਂ ਨੂੰ ਉਹਨਾਂ ਦੀਆਂ ਮਾਵਾਂ ਤੋਂ ਜੀਵਨ ਪ੍ਰਾਪਤ ਕਰਨ ਲਈ ਕਿਉਂ ਬਣਾਇਆ? ਪਰਮੇਸ਼ਵਰ ਸਾਨੂੰ ਦਿਖਾਉਣਾ ਚਾਹੁੰਦੇ ਸੀ ਕਿ ਜਿਵੇਂ ਸਾਨੂੰ ਸਾਡਾ ਸਰੀਰਕ ਜੀਵਨ ਸਰੀਰਕ ਮਾਵਾਂ ਦੁਆਰਾ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਸਾਨੂੰ ਸਦੀਪਕ ਜੀਵਨ ਸਾਡੀ ਸਵਰਗੀ ਮਾਤਾ ਦੁਆਰਾ ਦਿੱਤਾ ਗਿਆ ਹੈ। ਹਰੇਕ ਜੀਵ ਜੰਤੂ ਕੇਵਲ ਓਨੀ ਦੇਰ ਤੱਕ ਜਿਉਂਦਾ ਰਹਿ ਸਕਦੇ ਹਨ ਜਿੰਨਾ ਜੀਵਨ ਕਾਲ ਉਹਨਾਂ ਨੂੰ ਆਪਣੀਆਂ ਮਾਵਾਂ ਤੋਂ ਪ੍ਰਾਪਤ ਹੋਇਆ ਹੈ। ਇਸ ਲਈ ਸਦੀਪਕ ਜੀਵਨ ਕੇਵਲ ਮਾਤਾ ਪਰਮੇਸ਼ਵਰ ਦੁਆਰਾ ਦਿੱਤਾ ਜਾ ਸਕਦਾ ਹੈ ਜਿਨ੍ਹਾਂ ਕੋਲ ਸਦੀਪਕ ਜੀਵਨ ਹੈ। ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਉਂਗਾ। ਪਰਮੇਸ਼ਵਰ ਕੇਵਲ ਇੱਕ ਪਿਤਾ ਦੇ ਰੂਪ ਵਿੱਚ ਮੌਜੂਦ ਨਹੀਂ ਹਨ। ਜੇਕਰ ਪਿਤਾ ਪਰਮੇਸ਼ਵਰ ਨੇ ਮਨੁੱਖ ਨੂੰ ਇਕੱਲੇ ਬਣਾਇਆ ਹੁੰਦਾ ਤਾਂ ਉਹਨਾਂ ਨੂੰ ਕਹਿਣਾ ਚਾਹੀਦਾ ਸੀ, ਮੈਂ ਆਦਮੀ ਨੂੰ ਆਪਣੇ ਸਰੂਪ ਉੱਤੇ ਅਰ ਆਪਣੇ ਵਰਗਾ ਬਣਾਈਏ। ਹਾਲਾਂਕਿ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਪਰਮੇਸ਼ਵਰ ਨੇ ਮਨੁੱਖ ਨੂੰ ਪਰਮੇਸ਼ਵਰ ਦੇ ਸਰੂਪ ਵਿੱਚ ਬਣਾਇਆ, ਨਰ ਅਤੇ ਨਾਰੀ ਕਰਕੇ ਉਹਨਾਂ ਨੂੰ ਬਣਾਇਆ। ਇਹ ਤੱਥ ਕਿ ਜਦੋਂ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਵਿੱਚ ਬਣਾਇਆ ਤਦ ਨਰ ਅਤੇ ਨਾਰੀ ਬਣਾਏ ਗਏ ਸੀ, ਇਸ ਗੱਲ ਦਾ ਸਬੂਤ ਹੈ ਕਿ ਪਰਮੇਸ਼ਵਰ ਦਾ ਨਰ ਸਰੂਪ ਪਿਤਾ ਅਤੇ ਪਰਮੇਸ਼ਵਰ ਦਾ ਨਾਰੀ ਸਰੂਪ ਮਾਤਾ ਮੌਜੂਦ ਹੈ। ਇਹ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ। ਬਾਈਬਲ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹੋਏ ਈਸਾਈ ਪਰਮੇਸ਼ਵਰ ਦੇ ਨਰ ਸਰੂਪ ਨੂੰ ਪਿਤਾ ਕਹਿੰਦੇ ਆਏ ਹਨ। ਫਿਰ ਸਾਨੂੰ ਪਰਮੇਸ਼ਵਰ ਦੇ ਨਾਰੀ ਸਰੂਪ ਨੂੰ ਕੀ ਕਹਿਣਾ ਚਾਹੀਦਾ ਹੈ? ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਭੌਤਿਕ ਦੁਨੀਆ ਸਾਨੂੰ ਆਤਮਿਕ ਸੰਸਾਰ ਨੂੰ ਦਿਖਾਉਣ ਲਈ ਬਣਾਈ ਗਈ ਸੀ। ਪਰਮੇਸ਼ਵਰ ਜਿਨ੍ਹਾਂ ਨੇ ਸਾਨੂੰ ਸੰਸਾਰਿਕ ਪਵਿੱਤਰ ਸਥਾਨ ਦੁਆਰਾ ਸਵਰਗੀ ਪਵਿੱਤਰ ਸਥਾਨ ਦਿਖਾਇਆ, ਨੇ ਸਾਨੂੰ ਸੰਸਾਰਿਕ ਪਰਿਵਾਰ ਦੁਆਰਾ ਸਵਰਗੀ ਪਰਿਵਾਰ ਬਾਰੇ ਵੀ ਦੱਸਿਆ। ਸੰਸਾਰਿਕ ਪਰਿਵਾਰ ਜਿਸ ਨੂੰ ਪਰਮੇਸ਼ਵਰ ਇੱਕ ਪਰਛਾਵੇਂ ਦੇ ਰੂਪ ਵਿੱਚ ਦਿਖਾਉਂਦੇ ਹਨ, ਵਿੱਚ ਇੱਕ ਪਿਤਾ, ਇੱਕ ਮਾਤਾ, ਭਰਾ ਅਤੇ ਭੈਣਾਂ ਹੁੰਦੀਆਂ ਹਨ। ਫਿਰ ਸਵਰਗੀ ਪਰਿਵਾਰ ਵਿੱਚ ਕੀ ਸ਼ਾਮਲ ਹੈ? ਯਿਸੂ ਨੇ ਸਾਨੂੰ ਸਿਖਾਇਆ ਕਿ ਸਾਡੇ ਕੋਲ ਸਾਡੀਆਂ ਆਤਮਾਵਾਂ ਦੇ ਪਿਤਾ ਹਨ। ਇਹ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ। ਫਿਰ ਸਾਡੇ ਸਰੀਰਕ ਪਿਓ ਸਨ ਜਿਹੜੇ ਤਾੜਨਾ ਕਰਦੇ ਸਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ। ਤਾਂ ਭਲਾ ਅਸੀਂ ਬਹੁਤ ਵਧੀਕ ਆਤਮਿਆਂ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀਏ। ਜਿਸ ਪ੍ਰਕਾਰ ਅਸੀਂ ਆਪਣੇ ਪਿਤਾ ਦਾ ਆਦਰ ਕਰਦੇ ਹਨ, ਉਸੇ ਪ੍ਰਕਾਰ ਰਸੂਲ ਪੌਲੁਸ ਨੇ ਸਾਨੂੰ ਸਾਡੇ ਆਤਮਾਵਾਂ ਦੇ ਪਿਤਾ ਪ੍ਰਤੀ ਉਹਨਾਂ ਦੀਆਂ ਸੰਤਾਨਾਂ ਦੇ ਰੂਪ ਵਿੱਚ ਆਪਣੇ ਫਰਜ਼ਾਂ ਦਾ ਪਾਲਣ ਕਰਨਾ ਸਿਖਾਇਆ। ਸੰਸਾਰਿਕ ਪਰਿਵਾਰ ਵਿੱਚ ਸੰਤਾਨਾਂ ਹੁੰਦੀਆਂ ਹਨ। ਸਵਰਗੀ ਪਰਿਵਾਰ ਵਿੱਚ ਵੀ ਜੋ ਸੰਸਾਰਿਕ ਪਰਿਵਾਰ ਦੀ ਅਸਲੀਅਤ ਹੈ, ਸੰਤਾਨਾਂ ਹਨ। ਅਰ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਧੀਆਂ ਹੋਵੋਗੇ। ਸੰਸਾਰਿਕ ਪਰਿਵਾਰ ਵਿੱਚ ਜੋ ਸਵਰਗੀ ਪਰਿਵਾਰ ਦੀ ਇੱਕ ਨਕਲ ਹੈ, ਸੰਤਾਨਾਂ ਕੋਲ ਮਾਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਹਨਾਂ ਨੇ ਜਨਮ ਦਿੱਤਾ। ਇਸੇ ਤਰ੍ਹਾਂ ਸਵਰਗੀ ਪਰਿਵਾਰ ਵਿੱਚ ਸਵਰਗੀ ਮਾਤਾ ਹੈ ਜੋ ਸਦੀਪਕ ਜੀਵਨ ਦਿੰਦੀ ਹੈ। ਯਰੂਸ਼ਲਮ ਜੋ ਉਤਾਹਾਂ ਹੈ ਉਹ ਆਜ਼ਾਦ ਹੈ, ਉਹ ਸਾਡੀ ਮਾਤਾ ਹੈ। ਮਾਂ ਤੋਂ ਬਿਨਾਂ ਕੋਈ ਜੀਵਨ ਨਹੀਂ ਪੈਦਾ ਹੋ ਸਕਦਾ। ਇਸ ਤਰ੍ਹਾਂ ਸਾਡੀਆਂ ਆਤਮਾਵਾਂ ਦੀ ਮਾਤਾ ਤੋਂ ਬਿਨਾਂ ਕੋਈ ਸਦੀਪਕ ਜੀਵਨ ਨਹੀਂ ਹੈ। ਹੁਣ ਮਾਤਾ ਪਰਮੇਸ਼ਵਰ ਪੂਰੀ ਦੁਨੀਆ ਵਿੱਚ ਆਪਣੀਆਂ ਸੰਤਾਨਾਂ ਨੂੰ ਬੁਲਾ ਰਹੀ ਹੈ।
ਆਤਮਾ ਅਤੇ ਲਾੜੀ ਆਖਦੀ ਹੈ, ਆਓ। ਜਿਹੜਾ ਸੁਣਦਾ ਹੋਵੇ ਉਹ ਕਹੇ, ਆਓ। ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ, ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ। ਮਾਂ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ। ਕਿਰਪਾ ਕਰਕੇ ਜੀਵਨ ਦੇ ਸਰੋਤ ਸਵਰਗੀ ਮਾਤਾ ਕੋਲ ਆਓ ਅਤੇ ਸਦੀਪਕ ਜੀਵਨ ਪ੍ਰਾਪਤ ਕਰੋ ਤਾਂ ਜੋ ਤੁਸੀਂ ਸਵਰਗ ਦੇ ਰਾਜ ਨੂੰ ਪ੍ਰਾਪਤ ਕਰ ਸਕੋ। ਚਰਚ ਆਫ ਗॉड ਵਿੱਚ ਆਓ ਜਿੱਥੇ ਮਾਤਾ ਪਰਮੇਸ਼ਵਰ ਨਿਵਾਸ ਕਰਦੀ ਹੈ। ਇਸ ਯੁੱਗ ਵਿੱਚ ਅਸੀਂ ਕੇਵਲ ਤਾਂ ਹੀ ਸਦੀਪਕ ਜੀਵਨ ਪ੍ਰਾਪਤ ਕਰ ਸਕਦੇ ਹਾਂ ਜਦੋਂ ਅਸੀਂ ਮਾਤਾ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹਾਂ।